ਸਤਿ ਸ਼੍ਰੀ ਅਕਾਲ। ਖਬਰ ਖਾਸ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੇ ਨਾਲ ਅਮਿਤ ਮਲਹੋਤਰਾ। ਅੱਜ ਇੱਕ ਵਾਰ ਫਿਰ ਤੋਂ ਗੱਲ ਕਰਾਂਗੇ ਉਸ ਮੰਦਭਾਗੇ ਹਾਦਸੇ ਦੀ ਜਿਸ ਦੇ ਵਿੱਚ 3 ਸਾਲ ਦੇ ਮਾਸੂਮ ਸਣੇ 23 ਲੋਕਾਂ ਦੀ ਜਾਨ ਚਲੀ ਗਈ। ਪਰ 48 ਘੰਟਿਆਂ ਤੋਂ ਬਾਅਦ ਵੀ ਹਾਦਸੇ ਦੇ ਲਈ ਕਸੂਰਵਾਰ ਕੌਣ ਹੈ ਇਸ ਬਾਰੇ ਪਤਾ ਨਹੀਂ ਚੱਲ ਸਕਿਆ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਟਾਲਾ ਦਾ ਦੌਰਾ ਕੀਤਾ ਅਤੇ ਜਾਂਚ ਤੋਂ ਬਾਅਦ ਕਾਰਵਾਈ ਦਾ ਭਰੋਸਾ ਵੀ ਦਿੱਤਾ। ਪਰ ਸਵਾਲ ਇਹੀ ਉੱਠਦਾ ਹੈ ਕਿ ਕੋਈ ਕਦਮ ਚੁੱਕਣ ਦੇ ਲਈ ਕਿਉਂ ਕੀਤਾ ਜਾਂਦਾ ਹੈ ਹਾਦਸਿਆਂ ਦਾ ਇੰਤਜ਼ਾਰ ਤੇ ਕਿਉਂ 23 ਮੌਤਾਂ ਤੋਂ ਬਾਅਦ ਹੀ ਜਾਗੀ ਸਰਕਾਰ। ਹਾਦਸਾ ਹੋਣ ਦੇ 2 ਦਿਨ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਟਾਲਾ ਪਹੁੰਚੇ ਪੀੜਤਾਂ ਨੂੰ ਮਿਲਣ ਦੇ ਲਈ ਤੇ ਹਰ ਵਾਰ ਦੀ ਤਰ੍ਹਾਂ ਜਾਂਚ ਅਤੇ ਮੁਆਵਜ਼ੇ ਦਾ ਭਰੋਸਾ ਵੀ ਦਿੱਤਾ। ਪਰ ਇਸ ਦੌਰਾਨ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੇ ਕਈ ਸਵਾਲ ਖੜੇ ਕਰ ਦਿੱਤੇ ਕਿਉਂਕਿ ਪ੍ਰਸ਼ਾਸਨ ਹਾਦਸੇ ਦੀ ਅਸਲ ਤਸਵੀਰ ਸੀਐਮ ਦੀਆਂ ਨਜ਼ਰਾਂ ਤੋਂ ਲੁਕਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਸੀ। ਬਟਾਲਾ ਦੀ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੇ 2 ਦਿਨ ਬਾਅਦ ਆਖਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੀਂਦ ਖੁੱਲੀ ਅਤੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈਣ ਉਹ ਬਟਾਲਾ ਦੀ ਗੁਰੂ ਰਾਮਦਾਸ ਕਲੋਨੀ ਪਹੁੰਚੇ। ਕੈਪਟਨ ਦੇ ਨਾਲ ਸਾਥੀ ਕੈਬਨਿਟ ਮੰਤਰੀ ਅਤੇ ਪ੍ਰਸ਼ਾਸਨਿਕ ਅਮਲਾ ਸੀ ਜੋ ਉਹਨਾਂ ਨੂੰ ਹਾਦਸੇ ਦੀ ਵਜ੍ਹਾ ਤੇ ਨੁਕਸਾਨ ਦਾ ਵੇਰਵਾ ਦੇ ਰਿਹਾ ਸੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਸੀਐਮ ਦੇ ਆਉਣ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਨੁਕਸਾਨੀਆਂ ਗਈਆਂ ਇਮਾਰਤਾਂ ਨੂੰ ਸਫੇਦ ਪਰਦਿਆਂ ਨਾਲ ਢੱਕ ਦਿੱਤਾ ਗਿਆ। ਕੀ ਇਸ ਦਾ ਮਕਸਦ ਮੁੱਖ ਮੰਤਰੀ ਤੋਂ ਨੁਕਸਾਨ ਦੀ ਅਸਲ ਤਸਵੀਰ ਲੁਕਾਉਣਾ ਸੀ? ਕੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਚਾਹੁੰਦੇ ਸਨ ਕਿ ਸੀਐਮ ਇਸ ਬਾਰੇ ਜਾਣਨ ਕਿਉਂਕਿ ਇਸ ਦੀ ਗਾਜ ਵੀ ਅਧਿਕਾਰੀਆਂ ਤੇ ਹੀ ਡਿੱਗਦੀ। ਇੱਥੋਂ ਤੱਕ ਕਿ ਸੁਰੱਖਿਆ 'ਚ ਤੈਨਾਤ ਪੁਲਿਸ ਮੁਲਾਜ਼ਮ ਮੀਡੀਆ ਨੂੰ ਵੀ ਕਵਰੇਜ ਕਰਨ ਤੋਂ ਰੋਕਦੇ ਹੋਏ ਨਜ਼ਰ ਆਏ। ਪੀਟੀਸੀ ਨਿਊਜ਼ ਦੇ ਕੈਮਰਾਮੈਨ ਨੂੰ ਧੱਕਾ ਦਿੰਦੇ ਹੋਏ ਪੁਲਿਸ ਮੁਲਾਜ਼ਮ ਦੀ ਇਹ ਤਸਵੀਰ ਸਾਫ਼ ਕਰਦੀ ਹੈ ਕਿ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਸੱਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਮੌਕੇ ਤੇ ਕੁਝ ਪੀੜਤਾਂ ਨੂੰ ਸੀਐਮ ਨਾਲ ਮਿਲਵਾਇਆ ਗਿਆ ਤਾਂ ਜੋ ਦੌਰੇ ਨੂੰ ਅਸਲੀ ਦੌਰੇ ਵਰਗਾ ਦਿਖਾਇਆ ਜਾ ਸਕੇ। ਜਿਨ੍ਹਾਂ ਲੋਕਾਂ ਨੇ ਇਸ ਹਾਦਸੇ ਦੇ ਵਿੱਚ ਆਪਣਿਆਂ ਨੂੰ ਗਵਾਇਆ ਜਾਂ ਫਿਰ ਜਿਨ੍ਹਾਂ ਦੀਆਂ ਇਮਾਰਤਾਂ ਧਮਾਕੇ ਕਾਰਨ ਨੁਕਸਾਨੀਆਂ ਗਈਆਂ ਉਹਨਾਂ ਸੀਐਮ ਤੋਂ ਇਹ ਗੁਹਾਰ ਲਗਾਈ ਕਿ ਮੌਤ ਦੀਆਂ ਅਜਿਹੀਆਂ ਫੈਕਟਰੀਆਂ ਤੇ ਹਮੇਸ਼ਾ ਲਈ ਤਾਲੇ ਲੱਗਣੇ ਚਾਹੀਦੇ ਨੇ। ਸਰ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਕੋਆਪਰੇਸ਼ਨ ਮਿਲ ਰਿਹਾ ਹੈ। ਸਰ ਪਲੀਜ਼ ਸਾਡੀ ਰਿਕੁਐਸਟ ਹੈ ਕਿ ਜੋ ਸਾਡਾ ਨੁਕਸਾਨ ਹੋ ਚੁੱਕਾ ਸਾਨੂੰ ਉਹਦਾ ਮੁਆਵਜ਼ਾ ਦਿੱਤਾ ਜਾਵੇ ਔਰ ਜੋ ਸਾਡੇ ਫੈਮਿਲੀ ਮੈਂਬਰ ਜਾ ਚੁੱਕੇ ਨੇ ਜਿਨ੍ਹਾਂ ਦੇ ਉਹਨਾਂ ਨੂੰ ਹਰ ਇੱਕ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ। ਉਹ ਬਣਾ ਕੇ ਸਾਰੀ ਅਸੀਂ ਜਿਹੜੀ ਇਹਨਾਂ ਨੇ ਐਸਟੀਮੇਟਸ ਲਗਾਏ ਨੇ ਮੈਂ ਤਾਂ ਹੁਣ ਪਹੁੰਚਿਆ ਮੈਂ ਸਾਰੀ ਗੱਲ ਦੇਖਾਂ ਤੇ ਸਰ ਬਾਕੀ ਕੀ ਆ ਕਿ ਸਰ ਪਲੀਜ਼ ਜੋ ਮਿਸਹੈਪਨ ਸਾਡੇ ਬਟਾਲੇ 'ਚ ਵਾਪਰ ਚੁੱਕੀ ਹੈ ਪੰਜਾਬ 'ਚ ਜਾਂ ਵਰਲਡ 'ਚ ਵੀ ਕਿਤੇ ਨਾ ਵਾਪਰੇ ਇਹੋ ਜਿਹੇ ਗੈਰ ਕਾਨੂੰਨੀ ਕੰਮ ਪਲੀਜ਼ ਸਰ ਬੰਦ ਕੀਤੇ ਜਾਣ। ਇਹ ਅਸੀਂ ਦੇਖਾਂਗੇ ਸਰ ਕਿਉਂ ਤੁਹਾਡੇ ਹੱਥ ਪਾਵਰ ਆ ਤੁਸੀਂ ਸਭ ਕੁਝ ਕਰ ਸਕਦੇ ਹੋ। ਜੇ ਸਾਡੇ ਹੱਥ ਹੁੰਦੀ ਤੇ ਅਸੀਂ ਅੱਜ ਇੰਨੀਆਂ ਜਾਨਾਂ ਨਾ ਜਾਂਦੀਆਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਸੀਂ ਦੇਖ ਸਕਦੇ ਕਿ ਜਿਹੜੀ ਘਟਨਾ ਸਥਲ ਹੈ ਪਟਾਕਾ ਫੈਕਟਰੀ ਹੈ ਜਿੱਥੇ ਵੱਡੇ 23 ਲੋਕਾਂ ਤੋਂ ਵੱਧ ਜਿਹੜੀਆਂ ਨੇ ਮੌਤਾਂ ਹੋ ਚੁੱਕੀਆਂ ਨੇ, ਜਾਨਾਂ ਜਾ ਚੁੱਕੀਆਂ ਨੇ ਔਰ ਜਿਹੜੇ ਦਰਜਨਾਂ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ, ਜੇਰੇ ਇਲਾਜ ਨੇ, ਉਹਨਾਂ ਦੇ ਪਰਿਵਾਰਾਂ ਦੇ ਨਾਲ ਮਿਲੇ ਨੇ। ਹੁਣ ਉਹ ਸਿਵਲ ਹਸਪੀਟਲ ਬਟਾਲਾ ਵੱਲ ਰਵਾਨਾ ਹੋਏ ਨੇ ਜਿੱਥੇ ਜ਼ਖਮੀ ਨੇ, ਜੇਰੇ ਇਲਾਜ ਨੇ, ਜਿਹੜੇ ਵਿਸਫੋਟ ਦੇ ਵਿੱਚ ਉਹਨਾਂ ਦਾ ਉਹ ਹਾਲ ਚਾਲ ਜਾਣਨਗੇ। ਇਸ ਤੋਂ ਬਾਅਦ ਮੁੱਖ ਮੰਤਰੀ ਬਟਾਲਾ ਦੇ ਉਸ ਹਸਪਤਾਲ 'ਚ ਪਹੁੰਚੇ ਜਿੱਥੇ ਹਾਦਸੇ ਦੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਸੀ। ਜ਼ਖਮੀਆਂ ਦਾ ਹਾਲ ਚਾਲ ਜਾਣਨ ਤੋਂ ਬਾਅਦ ਸੀਐਮ ਮੀਡੀਆ ਦੇ ਮੁਖਾਤਬ ਹੋਏ ਅਤੇ ਦਾਅਵਾ ਕੀਤਾ ਕਿ 2 ਸਾਲ ਪਹਿਲਾਂ ਹੋਏ ਧਮਾਕੇ ਤੋਂ ਬਾਅਦ ਵੀ ਕਿਵੇਂ ਪਟਾਕਾ ਫੈਕਟਰੀ ਚੱਲਦੀ ਰਹੀ ਇਸ ਦੀ ਜਾਂਚ ਕੀਤੀ ਜਾਏਗੀ ਤੇ ਨਾਲ ਹੀ ਸੂਬੇ 'ਚ ਚੱਲ ਰਹੀਆਂ ਮੌਤ ਦੀਆਂ ਅਜਿਹੀਆਂ ਫੈਕਟਰੀਆਂ ਦੀ ਵੀ ਜਾਂਚ ਕੀਤੀ ਜਾਏਗੀ। ਅਸੀਂ ਕੰਪਨਸੇਸ਼ਨ ਪੂਰੀ ਕਰਾਂਗੇ। ਇਟ ਇਜ਼ ਅਨਫੋਰਚੂਨੇਟ ਲੇਕਿਨ ਇਨਕੁਆਇਰੀ ਤੋਂ ਮੈਂ ਜਾਣਨਾ ਚਾਹੁੰਦਾ ਕਿ ਹੋਇਆ ਕੈਸੇ। ਮੈਂ ਸੁਣਿਆ ਇੱਥੇ ਸਾਡੇ ਤੋਂ ਪਹਿਲਾਂ ਜਨਵਰੀ 1917 'ਚ ਇੱਕ ਵਾਕਿਆ ਤੇ ਇੱਥੇ ਹੀ ਹੋਇਆ ਸੀ। ਇਨਕੁਆਇਰੀ ਬੈਠੀ ਸੀ, ਉਹ ਕਿੱਥੇ ਗਈ ਇਨਕੁਆਇਰੀ? ਕਿਉਂ ਨਹੀਂ ਪਤਾ ਲੱਗਿਆ? ਕੈਸੇ ਇਹਨਾਂ ਨੂੰ ਇਹ ਚਾਹੇ ਹੋਏ ਇੱਕ ਬੜੀ ਪੁਰਾਣੀ ਇੱਕ ਸੰਸਥਾ ਜਿਹੜੀ ਬਣਾ ਰਹੇ ਸੀ ਇਹ ਪਟਾਕੇ, ਲੇਕਿਨ ਹੁਣ 45 ਸਾਲ ਦੀ ਚੱਲ ਰਹੀ ਹੈ। ਲੇਕਿਨ ਹੁਣ ਜਦ ਸ਼ਹਿਰ ਆਲੇ ਦੁਆਲੇ ਹੋ ਗਿਆ there has to be some system ਕੁਝ ਸਟੈਚੂਟਰੀ ਕੰਪਲਾਇੰਸ ਹੋਣੀ ਚਾਹੀਦੀ ਹੈ ਕਿ ਐਕਸਪਲੋਸਿਵਸ ਕਰਾਊਡਡ ਏਰੀਆ ਦੇ ਵਿੱਚ ਨਹੀਂ ਬਣਨੇ ਚਾਹੀਦੇ। ਇਹ ਸਾਰੀਆਂ ਗੱਲਾਂ ਅਸੀਂ ਚੈੱਕ ਕਰਾਂਗੇ ਵਾਈ ਇਟ ਇਜ਼ ਅਲਾਉਡ ਔਰ ਹੋਰ ਕਿਤੇ ਪੰਜਾਬ ਦੇ ਵਿੱਚ। ਐਂਡ ਆਈ ਕੈਨ ਅਸ਼ੋਰ ਯੂ ਕਿ ਆਈ ਵਿਲ ਪੁੱਟ ਅ ਕਮੇਟੀ ਹੈਡਡ ਬਾਈ ਚੀਫ ਸੈਕਟਰੀ ਐਂਡ ਦ ਡੀਜੀਪੀ ਕਿ ਪੂਰੇ ਪੰਜਾਬ ਦਾ ਮਿਆਨਾ ਕਰਨ ਔਰ ਦੱਸਣ ਸਾਨੂੰ ਕਿੱਥੇ ਗਲਤ ਹੋ ਰਹੀਆਂ ਨੇ ਐਂਡ ਵੀ ਵਿਲ ਸ਼ਟ them down. We will not allow these things to carry on. ਅਸੀਂ ਐਗਜ਼ਾਮਪਲ ਸੈੱਟ ਕਰ ਦੋਗੇ ਕਿ ਉਸ ਤੋਂ ਪਹਿਲਾਂ ਜਿਹੜਾ ਵੀ ਕੋਈ ਅਫਸਰ ਉਸ ਵੇਲੇ ਤੈਨਾਤ ਸੀ
ਐਗਜ਼ੈਕਟਲੀ ਇਨਕੁਆਇਰੀ ਵਿਲ ਟੈਲ ਅਸ, ਇਨਕੁਆਇਰੀ ਸਾਨੂੰ ਦੱਸੇਗੀ। ਉਹ ਇਨਕੁਆਇਰੀ ਜਿਹੜੀ 1917 ਵਾਲੀ ਉਹ ਚੱਲ ਰਹੀ ਹੈ, ਅੱਜ ਤਾਈਂ ਕੰਕਲੂਡ ਕਿਉਂ ਨਹੀਂ ਹੋਈ ਇਹ ਵੀ ਪਤਾ ਕਰਾਂਗੇ। ਇੰਨੀ ਡਿਲੇ ਕਿਸ ਗੱਲ ਦੀ। ਹਾਦਸੇ ਹੁੰਦੇ ਨੇ, ਜਾਨਾਂ ਜਾਂਦੀਆਂ ਨੇ, ਲੋਕਾਂ ਦੇ ਘਰ ਪਰਿਵਾਰ ਬਰਬਾਦ ਹੋ ਜਾਂਦੇ ਨੇ ਤੇ ਸਰਕਾਰ ਜਾਂਚ ਅਤੇ ਮੁਆਵਜ਼ੇ ਦਾ ਸਟੈਂਡਰਡ ਡਾਇਲੌਗ ਬੋਲ ਕੇ ਫਾਰਗ ਹੋ ਜਾਂਦੀ ਹੈ। ਸਰਕਾਰ ਦੇ ਇਸੇ ਰਵੱਈਏ ਤੇ ਵਿਰੋਧੀ ਧਿਰ ਸਵਾਲ ਚੁੱਕ ਰਿਹਾ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਪਹਿਲੀ ਘਟਨਾ ਨਹੀਂ ਹੋਈ, ਬਾਰ-ਬਾਰ ਹੁੰਦੀਆਂ ਨੇ। ਮੇਰੀ ਕੰਸਟੀਚੁਐਂਸੀ 'ਚ ਪਿਛਲੇ ਸਾਲ ਸੰਗਰੂਰ ਘਰਾਟ ਨਾਂ ਦਾ ਇੱਕ ਕਸਬਾ ਪੈਂਦਾ ਹੈ, ਉੱਥੇ ਵੀ ਇੱਦਾਂ ਹੀ ਰਿਹਾਇਸ਼ੀ ਇਲਾਕੇ 'ਚ ਜਿਹੜਾ ਬੰਬ ਬਲਾਸਟ ਹੋਇਆ ਸੀ, ਉੱਥੇ ਵੀ ਮੌਤਾਂ ਹੋਈਆਂ। ਉਸ ਤੋਂ ਬਾਅਦ ਜਾਂਚ ਦੇ ਹੁਕਮ ਦਿੱਤੇ ਗਏ ਤੇ ਜਾਂਚ ਹਜੇ ਤੱਕ ਉਹਦੀ ਕੰਪਲੀਟ ਨਹੀਂ ਹੋਈ ਤੇ ਪਤਾ ਨਹੀਂ ਤਾਂ ਸਮਝੌਤਾ ਹੋ ਗਿਆ ਜੀ, ਕਹਿੰਦੇ ਖਤਮ ਹੈ। ਇਸ ਫੈਕਟਰੀ ਦੇ ਵਿੱਚ ਵੀ ਪਹਿਲਾਂ 2 ਸਾਲ ਪਹਿਲਾਂ ਇਸੇ ਤਰ੍ਹਾਂ ਧਮਾਕਾ ਹੋਇਆ ਸੀ। ਪਤਾ ਨਹੀਂ ਕਿਵੇਂ ਰਜਾਮੰਦੀ ਹੋਈ, ਕਿਹੜਾ ਰਾਜੀਨਾਮਾ ਹੋਇਆ ਜਾਂ ਕਿਵੇਂ ਉਹਨੂੰ ਰਫਾ ਦਫਾ ਕੀਤਾ ਗਿਆ, ਠੰਡੇ ਬਸਤੇ 'ਚ ਪਾਤਾ ਗਿਆ। ਜਿਹੜਾ ਬੰਦਾ ਇਸ ਦੁਨੀਆ ਤੇ ਹੈ ਨਹੀਂ ਕਈ ਸਾਲਾਂ ਤੋਂ, ਉਹਦੇ ਨਾਂ ਤੇ ਇਹ ਪਰਮਿਟ ਚੱਲ ਰਿਹਾ ਹੈ। ਇਹ ਨਹੀਂ ਹੋ ਸਕਦਾ ਕਿ ਪਤਾ ਨਾ ਹੋਵੇ। ਤੇ ਹੁਣ ਪੁਲਿਸ ਨੇ 9 ਫੈਕਟਰੀਆਂ ਰਾਤੋਂ ਰਾਤ ਫਿਰ ਕਿਵੇਂ ਫੜ ਲੀਆਂ ਹੋਰ? ਉਹ ਕਿਹੜਾ ਰਾਤ ਪਤਾ ਲੱਗਿਆ? ਪੁਲਿਸ ਇਹ ਨਹੀਂ ਕਹਿ ਸਕਦੀ, ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦੀ ਕਿ ਸਾਨੂੰ ਪਤਾ ਹੀ ਨਹੀਂ ਸੀ। ਸੋ ਅਸੀਂ ਇੱਕ ਘਟਨਾ ਜਦੋਂ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਦੀ ਜਾਂਚ ਬਿਠਾ ਕੇ ਅਗਲੀ ਘਟਨਾ ਹੋਣ ਦਾ ਇੰਤਜ਼ਾਰ ਕਰਨ ਲੱਗ ਜਾਂਦੇ ਆ। ਅੰਮ੍ਰਿਤਸਰ ਦੇ ਵਿੱਚ ਦੁਸਹਿਰੇ ਵੇਲੇ ਕਿੱਡੀ ਵੱਡੀ ਘਟਨਾ ਹੋਈ, ਉਹਦੀ ਮੈਜਿਸਟਰੀਅਲ ਜਾਂਚ ਦੇ ਹੁਕਮ ਦਿੱਤੇ ਗਏ, ਕੁਝ ਨਹੀਂ ਨਿਕਲਿਆ। ਇਹਦੇ ਵੀ ਇਹੀ ਹੋਊਗਾ। ਇਹ 21ਵੀਂ ਸਦੀ ਦੀ ਤਰਾਸਦੀ ਹੈ, ਜਿਸ ਸਮੇਂ ਦੇ ਅੰਦਰ ਇੰਟਰਨੈਟ, ਕੈਮਰਾਜ਼, ਹਰ ਚੀਜ਼ ਅਵੇਲੇਬਲ ਹੈ ਔਰ ਇਲਾਕੇ ਦੇ ਲੋਕ ਕੰਪਲੇਂਟ ਕਰਦੇ ਰਹੇ। ਇਸ ਤੋਂ ਪਹਿਲੇ ਘਟਨਾ ਘਟੀ 2017 ਚ ਔਰ ਪ੍ਰਸ਼ਾਸਨ ਚੁੱਪ ਕਰਕੇ ਬੈਠਾ ਰਿਹਾ ਔਰ ਤੇ ਕਾਰਵਾਈ ਨਹੀਂ ਹੋਈ। ਮੈਂ ਇਹਨੂੰ ਦੁੱਖ ਭਾਵੀ ਘਟਨਾ ਮੰਨਣਾ ਔਰ ਪੰਜਾਬ ਸਰਕਾਰ ਕੋਲ ਇਹ ਮੰਗ ਕਰਨਾ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਇਹਦੀ ਜਾਂਚ ਕਰਾਈ ਜਾਏ। ਦੋਸ਼ੀ ਵਿਅਕਤੀ ਚਾਹੇ ਉਹ ਕਿਸੇ ਵੀ ਪਦ ਤੇ ਬੈਠਾ ਹੋਵੇ, ਅਫਸਰ ਹੋਵੇ, ਪੋਲੀਟੀਸ਼ੀਅਨ ਹੋਵੇ, ਜਿਨ੍ਹਾਂ ਲੋਕਾਂ ਨੇ ਲਾਇਸੈਂਸ ਖਤਮ ਹੋਣ ਤੋਂ 2 ਸਾਲ ਬੇਹੋਸ਼ੀ 'ਚ ਪ੍ਰਸ਼ਾਸਨ ਚਲਾਇਆ, ਮਦਹੋਸ਼ੀ 'ਚ ਸ਼ਾਸਨ ਚਲਾਇਆ, ਇਸ ਬੇਹੋਸ਼ੀ ਔਰ ਮਦਹੋਸ਼ੀ ਵਾਲੀ ਸ਼ਾਸਨ ਵਿਵਸਥਾ ਤੇ ਕਠੋਰ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਸਮਝਦਾ ਇਹਦੀ ਸਿੱਧੀ ਜਿਹੜੀ ਜ਼ਿੰਮੇਵਾਰੀ ਹੈ ਇਸ ਹਾਦਸੇ ਦੀ, ਇਹ ਪੰਜਾਬ ਸਰਕਾਰ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਆਉਂਦੀ ਹੈ। ਕਿਉਂਕਿ ਜਦ ਲੋਕਲ ਸਾਰੇ ਵਸਿੰਦੇ ਇੱਥੋਂ ਕੰਪਲੇਂਟ ਕਰ ਰਹੇ ਨੇ ਕਿ ਇੱਥੇ ਜਿਹੜੀ ਇਹ ਫੈਕਟਰੀ ਹੈ, ਇਹਦੇ 'ਚ 2 ਸਾਲ ਪਹਿਲਾਂ 2 ਜਾਂ 3 ਵਿਅਕਤੀ ਮਾਰੇ ਜਾ ਚੁੱਕੇ ਨੇ, ਉਦੋਂ ਹੀ ਸਰਕਾਰ ਨੂੰ ਉੱਠ ਜਾਣਾ ਚਾਹੀਦਾ ਸੀਗਾ। ਲੇਕਿਨ ਉਹਨਾਂ ਨੇ ਲਾਪਰਵਾਹੀ ਕੀਤੀ ਔਰ ਹੁਣ ਜਿਹੜਾ ਐਡਾ ਭਾਰੀ ਨੁਕਸਾਨ ਹੋਇਆ, ਇਹਦਾ ਪਹਿਲੀ ਗੱਲ ਤਾਂ ਮੁਆਵਜ਼ਾ ਪੂਰਾ ਗਵਰਨਮੈਂਟ ਦੇਵੇ। ਰਿਹਾਇਸ਼ੀ ਇਲਾਕੇ ਦੇ ਵਿੱਚ ਪਟਾਕਿਆਂ ਦੀ ਫੈਕਟਰੀ, ਜਿਸ ਦਾ ਲਾਇਸੈਂਸ 2 ਸਾਲ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ, ਉਹ ਕਿਉਂ ਤੇ ਕਿਵੇਂ ਚੱਲ ਰਹੀ ਸੀ ਅਤੇ ਇਸ ਦੇ ਵਿੱਚ ਪ੍ਰਸ਼ਾਸਨ ਦੀ ਕੀ ਭੂਮਿਕਾ ਰਹੀ ਹੋਵੇਗੀ, ਇਹ ਸਮਝਣਾ ਮੁਸ਼ਕਲ ਨਹੀਂ। ਪਰ ਫਿਰ ਵੀ ਕੋਈ ਐਕਸ਼ਨ ਲੈਣ ਤੋਂ ਪਹਿਲਾਂ ਸਰਕਾਰ ਜਾਂਚ ਪੂਰੀ ਹੋਣ ਦੀ ਉਡੀਕ ਕਰ ਰਹੀ ਹੈ। ਅਜੇ ਇਹਦੇ ਵਿੱਚ ਸਵਾਲ ਉੱਠਦਾ ਹੈ ਕਿ ਕੀ ਵਕਤ ਟਪਾਉਣ ਦੀ ਇਹ ਕੋਸ਼ਿਸ਼ ਤਾਂ ਨਹੀਂ। ਰਵੀ ਬਖਸ਼ ਦੇ ਨਾਲ ਰਜਿੰਦਰ ਸਿੰਘ ਧਾਲੀਵਾਲ, PTC ਨਿਊਜ਼, ਬਟਾਲਾ। ਤਾਂ ਨਾਜਾਇਜ਼ ਪਟਾਖਾ ਫੈਕਟਰੀ ਦੇ ਧਮਾਕੇ ਨੇ ਕਈ ਪਰਿਵਾਰਾਂ ਨੂੰ ਜ਼ਿੰਦਗੀ ਭਰ ਦਾ ਜ਼ਖਮ ਦੇ ਦਿੱਤਾ। ਅਜਿਹੇ ਮੰਦਭਾਗੇ ਪਰਿਵਾਰਾਂ ਚੋਂ ਹੀ ਇੱਕ ਉਹ ਪਰਿਵਾਰ ਸੀ ਜਿਸ ਨੇ 3 ਸਾਲ ਦੇ ਮਾਸੂਮ ਅਤੇ ਉਸ ਦੀ ਮਾਂ ਨੂੰ ਹਮੇਸ਼ਾ ਲਈ ਗਵਾ ਦਿੱਤਾ। ਇਹ ਪਰਿਵਾਰ ਹੁਣ ਸਰਕਾਰ ਤੋਂ ਕੀ ਕੁਝ ਮੰਗ ਕਰ ਰਿਹਾ ਹੈ, ਇਸ ਬਾਰੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਨੇ। ਬਟਾਲਾ ਦੇ ਵਿੱਚ ਜਿਹੜੀ ਪਟਾਕਾ ਫੈਕਟਰੀ ਦੇ ਤੁਸੀਂ ਦੇਖ ਸਕਦੇ ਸਭ ਤੋਂ ਵੱਧ ਜੇ ਘਰ ਨੂੰ ਪ੍ਰਭਾਵਿਤ ਕੀਤਾ ਪਟਾਕਾ ਫੈਕਟਰੀ ਦੀ ਆਹ ਕੰਧ, ਉਸ ਦਾ ਆਪਣਾ ਲੈਂਟਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਫੀਤਾ ਲੈਂਟਰ ਚੜ ਚੁੱਕਾ ਔਰ ਨਾਲ ਦੇ ਘਰ ਤੁਸੀਂ ਤਬਾਹੀ ਦਾ ਮੰਜ਼ਰ ਤੁਸੀਂ ਦੇਖ ਸਕਦੇ ਹੋ। ਇਸ ਘਰ ਦੀਆਂ ਸਾਰੀਆਂ ਖੁਸ਼ੀਆਂ ਇਹ ਵਿਸਫੋਟ ਉਡਾ ਕੇ ਆਪਣੇ ਨਾਲ ਲੈ ਗਿਆ 3.5 ਸਾਲ ਦਾ ਮਾਸੂਮ ਬੱਚਾ ਔਰ ਉਸ ਦੀ ਮਾਤਾ। ਇਸ ਜਿਹੜੀ ਵਿਸਫੋਟ ਦੀ ਭੇਟ ਚੜ ਚੁੱਕੇ ਨੇ। ਇਸ ਘਰ ਦੀਆਂ ਸਾਰੀਆਂ ਖੁਸ਼ੀਆਂ ਖੰਭ ਲਾ ਕੇ ਉੱਠ ਚੁੱਕੀਆਂ ਨੇ। ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਔਰ ਸਾਡੇ ਪਰਿਵਾਰ ਦੇ ਮੈਂਬਰ ਇੱਥੇ ਮੌਜੂਦ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿਵੇਂ ਹਾਦਸਾ ਵਾਪਰਿਆ। ਅੱਜ ਪੰਜਾਬ ਦੇ ਮੁੱਖ ਮੰਤਰੀ ਵੀ ਆਏ ਨੇ, ਤੁਹਾਨੂੰ ਕੀ ਭਰੋਸਾ ਦੇ ਕੇ ਗਏ ਨੇ, ਕਿਵੇਂ ਹਾਦਸਾ ਵਾਪਰਿਆ? ਇਹ ਜੀ ਸਾਡੇ ਭਰਾ ਦਾ 3.5 ਸਾਲ ਦੇ ਬੇਟਾ ਆ ਤੇ ਇਹਦੀ ਵਾਈਫ ਆ, ਇੱਥੋਂ ਗੁਰਦੁਆਰੇ ਮੱਥਾ ਟੇਕਣ ਗਏ ਨੇ ਤੇ ਅਸੀਂ ਮੱਥਾ ਟੇਕ ਕੇ ਵਾਪਸ ਘਰ ਆਉਣਾ ਆ। ਉਹਦੇ ਦੌਰਾਨ ਇਹ ਸਕੂਟਰ ਖੜਾ ਕੀਤਾ ਤੇ ਬਲਾਸਟ ਹੋ ਗਿਆ। ਅਸੀਂ ਅੰਦਰ ਹੀ, ਸਾਨੂੰ ਤਾਂ ਪਤਾ ਨਹੀਂ ਲੱਗੀ ਸਾਡੇ ਬੱਚੇ ਨਾਲ ਕਹਾਣੀ ਵਾਪਰ ਗਈ ਹੈ। ਤੇ ਜਦੋਂ ਇਹ ਕਹਾਣੀ ਵਾਪਰੀ ਹੈ ਅਸੀਂ ਆਪਣੇ ਬੱਚੇ ਅੰਦਰ ਸਾਂਭ ਸੁੱਕ ਕੇ ਬਾਹਰ ਆਏ ਹਾਂ ਤੇ ਇਹ ਪਤਾ ਲੱਗਾ ਵੀ ਰਮਨ ਜਿਹੜੀ
ਬ੍ਰਦਰ ਦੀ ਵਾਈਫ ਆ ਉਹਦੇ ਥੱਲੇ ਮਲਬੇ ਤੇ ਉਹਨੂੰ ਮੈਂ ਆਪ ਮੇਰੇ ਭਰਾਵਾਂ ਨੇ ਨਾਲ ਸਾਥ ਦੇ ਕੇ ਕੱਢਿਆ ਬਾਹਰ ਨੂੰ ਤੇ ਅਸੀਂ ਉਹਦੇ ਦੌਰਾਨ ਰੁੱਝ ਗਏ ਆ। ਉਹਦੇ ਦੌਰਾਨ ਹੀ ਟ੍ਰੈਜਡੀ ਘਟਨਾ ਵਾਪਰੀ ਵੀ ਇੱਕ ਪਾਸੇ ਆਪਣੇ ਮਰਿਆ ਜੀਆਂ ਨੂੰ ਸਾਂਭਣੇ ਆ, ਦੂਜੇ ਪਾਸੇ ਸਾਡੇ ਹੀ ਘਰ ਚੋਰੀ ਹੋ ਗਈ 5-6 ਲੱਖ ਰੁਪਏ ਦੀ। ਕੁਝ ਗਹਿਣੇ ਸੀ ਉਹ ਸਾਡੀ ਨੂੰਹ ਰਾਣੀ ਦੇ ਬੱਚੇ ਵੱਡੇ ਭਾਈ ਕੋ ਪੈਸੇ ਪਏ ਸੀ, ਉਹ ਸਭ 6-7 ਲੱਖ ਰੁਪਏ ਲੈ ਗਏ। ਤੁਸੀਂ ਸੁਣਿਆ ਕਿੰਨਾ ਤਰਾਸਦਿਕ ਤੇ ਦੁਖਦਾਈ ਪੱਖ ਹੈ। ਇਹਨਾਂ ਲੋਕਾਂ ਦੇ ਨਾਲ ਹਮਦਰਦੀ ਦਿਖਾਉਣ ਦੀ ਬਜਾਏ ਜਿਹੜੇ ਲੋਕ ਇੱਥੇ ਕਿਰਤ ਕਰਨ ਆਏ ਨੇ, ਪੈਸੇ ਸੋਨਾ ਚੁਰਾ ਕੇ ਲੈ ਗਏ ਨੇ। ਉਹ ਇਸ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਏ ਨੇ, ਉਹਨਾਂ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵੀ ਭਰੋਸਾ ਦਿੱਤਾ। ਕੀ ਆਸ ਹੈ? ਸਾਨੂੰ ਪੂਰਨ ਵਿਸ਼ਵਾਸ ਹੈ ਜੀ ਉਹਨਾਂ ਦੇ ਅੱਗੇ। ਪ੍ਰਸ਼ਾਸਨ ਜਾਂ ਮੁੱਖ ਮੰਤਰੀ ਸਾਹਿਬ ਕੀ ਕਰਦੇ ਨੇ, ਪਰ ਅੱਜ ਪੂਰਾ ਵਿਸ਼ਵਾਸ ਦੇ ਅੱਗੇ ਕਿ ਵੀ ਅਸੀਂ ਤੁਹਾਡੇ ਨਾਲ ਹਾਂ, ਜਿੱਥੋਂ ਤੱਕ ਹੋਏਗਾ ਤੁਹਾਡਾ ਸਾਥ ਦੇਵਾਂਗੇ। ਤੇ ਸਾਨੂੰ ਇਹੀ ਕੋਸ਼ਿਸ਼ ਹੈ ਸਾਡੇ ਬੱਚੇ ਨੂੰ ਬਾਜਵਾ ਸਾਨੂੰ ਵਿਸ਼ਵਾਸ ਦਵਾਇਆ ਜੀ। ਤੇ ਸਾਨੂੰ ਇਹੀ ਕਿ ਸਾਡਾ ਜਿਹੜਾ ਮੇਰਾ ਬ੍ਰਦਰ ਆ ਉਹਦੀ ਲੱਤ ਟੁੱਟੀ ਦੀ ਵੇਲਾ 2 ਸਾਲ ਮੰਜੇ ਤੇ ਰਿਹਾ ਆ। ਹੁਣ ਉਹਦੀ ਵਾਈਫ ਜਿਹੜੀ ਸੀ ਉਹਦਾ ਸਾਧਨ ਹੀ ਇੱਕ ਰੋਟੀ ਦਾ, ਕੁਛ ਉਹ ਆਪਣੀ ਕਮਾਈ ਕਰਦਾ ਸੀ, ਪਰ ਅੱਜ ਉਹਨੂੰ ਪੂਰਾ ਤੌਰ ਤੇ ਘਾਟਾ ਪੈ ਗਿਆ, ਪਰਿਵਾਰ ਦਾ ਵੀ ਕਾਰੋਬਾਰ ਦਾ ਵੀ। ਤੇ ਅਸੀਂ ਚਾਹੁੰਦੇ ਜੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੇ ਉਹਨੂੰ ਵਾਕਈ ਜੋਬ ਮਿਲ ਜੇ ਕਿ ਆਪਣਾ ਰੋਜ਼ਗਾਰ ਤੇ ਚੁੱਕ ਸਕੇ। ਤੁਸੀਂ ਵੀ ਇੱਥੇ ਮੌਜੂਦ ਰਹੇ, ਇੰਨਾ ਵੱਡਾ ਤੁਹਾਡੇ ਪਤਾ ਨੁਕਸਾਨ ਹੋਇਆ, ਅੱਜ ਮੁੱਖ ਮੰਤਰੀ ਆਏ, ਕੋਈ ਜ਼ਖਮਾਂ ਤੇ ਮਰਮ ਲੱਗੀ? ਤੁਸੀਂ ਦੇਖਿਆ ਕਿ ਦੁੱਖ ਕਿੰਨਾ ਵੱਡਾ, ਦੁਖਾਂਤ ਕਿੰਨਾ ਵੱਡਾ। ਹੁਣ ਜਿਹੜੀਆਂ ਸਰਕਾਰ ਤੇ ਲੋਕਾਂ ਦੀਆਂ ਨਜ਼ਰਾਂ ਨੇ, ਜਿਹੜੀ ਭਰਪਾਈ ਤੇ ਕੋਈ ਵੀ ਨਹੀਂ ਕਰ ਸਕਦੇ। ਜਿਹੜੇ ਜੀ ਚਲੇ ਗਏ ਨੇ ਉਹਨਾਂ ਦਾ ਕੋਈ ਬਚਾਅ, ਜਿਹੜਾ ਪ੍ਰਮਾਤਮਾ ਉਹ ਦੁਬਾਰਾ ਨਹੀਂ ਆ ਸਕਦੇ, ਉਹ ਕਿਤੇ ਵੀ ਭਰਪਾਈ ਨਹੀਂ ਹੋ ਸਕਦੀ। ਪਰ ਜਿਹੜੀ ਪੰਜਾਬ ਸਰਕਾਰ ਨੇ ਹੁਣ ਬਾਂਹ ਫੜਨ ਦੀ ਕੋਸ਼ਿਸ਼, ਸਭ ਤੋਂ ਵੱਧ ਇਹ ਘਰ ਪ੍ਰਭਾਵਿਤ ਹੋਇਆ। ਔਰ ਇਸੇ ਘਰ ਦੇ ਵਿੱਚ 2 ਜਿਹੜੇ ਚਿਰਾਗ ਬੁੱਝ ਗਏ ਨੇ। ਘਰ 'ਚ ਮਾਤਮ ਦਾ ਮਾਹੌਲ ਹੈ, ਦੁੱਖ ਛਾਇਆ ਪਿਆ ਘਰ ਦੇ ਵਿੱਚ। ਉਸ ਦਿਨ ਤੋਂ ਚੁੱਲ੍ਹਾ ਨਹੀਂ ਜਲਿਆ। ਤੁਸੀਂ ਦੇਖ ਸਕਦੇ ਹੋ ਕਿ 2 ਜਿੰਦਾਂ ਇਸ ਘਰ ਦੀਆਂ ਜਾ ਚੁੱਕੀਆਂ ਨੇ ਔਰ ਘਰ ਦੇ ਵਿੱਚ ਬਹੁਤ ਹੀ ਦੁੱਖਦਾਈ ਜਿਹੜਾ ਮਾਹੌਲ ਦਿਖਾਈ ਦੇ ਰਿਹਾ। ਹੁਣ ਸਰਕਾਰ ਕੀ ਕਰਦੀ ਹੁਣ ਵੇਖਣਾ ਬਾਕੀ ਹੈ। ਸਹਿਯੋਗੀ ਕੈਮਰਾਮੈਨ ਪਰਮਿੰਦਰ ਦੇ ਨਾਲ ਰਜਿੰਦਰ ਧਾਲੀਵਾਲ, PTC ਨਿਊਜ਼ ਬਟਾਲਾ। ਤਾਂ ਸਰਕਾਰ ਵੱਲੋਂ ਹਾਦਸੇ ਦੇ ਮ੍ਰਿਤਕਾਂ ਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ ਵੀ ਕਰ ਦਿੱਤਾ ਗਿਆ। ਪਰ ਉਸ ਫੈਕਟਰੀ ਦੇ ਆਲੇ ਦੁਆਲੇ ਦੀਆਂ ਉਹਨਾਂ ਇਮਾਰਤਾਂ ਦਾ ਕੀ ਜੋ ਧਮਾਕੇ ਦੌਰਾਨ ਨੁਕਸਾਨੀਆਂ ਗਈਆਂ? ਸਰਕਾਰ ਉਹਨਾਂ ਲੋਕਾਂ ਨੂੰ ਕਿੰਨਾ ਮੁਆਵਜ਼ਾ ਦੇਵੇਗੀ? ਇਸ ਤੇ ਅਜੇ ਤੱਕ ਸ਼ਸ਼ੋਪੰਜ ਬਰਕਰਾਰ ਹੈ, ਜਿਸ ਨੇ ਲੋਕਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਨੇ। ਪਟਾਕਾ ਫੈਕਟਰੀ 'ਚ ਵੱਡੇ ਵਿਸਫੋਟ ਤੋਂ ਬਾਅਦ ਜਿਹੜੇ ਆਸ-ਪਾਸ ਦੇ ਕਈ ਦੁਕਾਨਦਾਰ, ਕਈ ਜਿਹੜੇ ਘਰ ਨੇ ਉੱਜੜ ਗਏ ਨੇ। ਕਾਰੋਬਾਰ ਲੋਕਾਂ ਦੇ ਤਬਾਹ ਹੋ ਚੁੱਕੇ ਨੇ, ਬਿਲਕੁਲ ਕੰਮ ਠੱਪ ਹੋ ਗਿਆ। ਕਈ ਦੁਕਾਨਦਾਰ ਇੱਥੇ ਨੇ, ਅੱਜ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਮਿਲੇ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕਿੰਨਾ ਭਰੋਸਾ ਮਿਲਿਆ ਸਰਕਾਰ ਤੇ, ਉਹਨਾਂ ਨੂੰ ਕਿੰਨਾ ਕੁ ਭਰੋਸਾ, ਕਿਉਂਕਿ ਸਰਕਾਰ ਨੇ ਪਹਿਲਾਂ 2 ਲੱਖ ਰੁਪਏ ਦੀ ਰਾਸ਼ੀ ਮ੍ਰਿਤਕਾਂ ਵਾਸਤੇ ਐਲਾਨੀ ਸੀ ਔਰ 50,000 ਜ਼ਖਮੀਆਂ 25,000 ਔਰ ਇਹਨਾਂ ਵਾਸਤੇ ਕੁਝ ਵੀ ਨਹੀਂ, ਜਿੰਨਾ ਕਰੋੜਾਂ ਰੁਪਈਆ ਨੁਕਸਾਨ ਹੋਇਆ ਸੀ। ਅੱਜ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੱਲੋਂ ਇਹਨਾਂ ਨੂੰ ਕੀ ਭਰੋਸਾ ਦਿੱਤਾ ਗਿਆ? ਹਾਂਜੀ, ਤੁਹਾਡੀ ਕਿਹੜੀ ਦੁਕਾਨ ਹੈ? ਇਹ ਜੀ ਸਟਾਈਲ ਜੋਨ ਕੱਪੜੇ ਦੀ ਦੁਕਾਨ ਹੈ ਜੀ। ਤੇ ਉਹਦੇ ਉਹਨੂੰ ਸਾਰੋਂ ਬਸ ਐਸਟੀਮੇਟ ਦੱਸ ਕੇ ਗਏ ਨਾ ਕਿ ਜੀ ਮਿਲ ਜੇਗਾ ਜੀ, ਤੁਹਾਨੂੰ ਮੁਆਵਜ਼ਾ ਮਿਲ ਜੇਗਾ। ਬਟ ਹੁਣ ਦੇਖੋ ਸਰਕਾਰ ਦਿੰਦੀ ਹੈ ਕਿ ਨਹੀਂ ਦਿੰਦੀ ਹੈ। ਨੁਕਸਾਨ ਤੇ ਸਾਡੀ ਬਹੁਤ ਜ਼ਿਆਦਾ, ਤੁਸੀਂ ਦੇਖਦੇ ਹੋ ਆਣ ਕੇ, ਕਿਉਂਕਿ ਉੱਧਰ ਕੋਈ ਜਾ ਨਹੀਂ ਰਿਹਾ, ਕਿਉਂਕਿ ਸਾਰਾ ਇੱਕ ਥਾਂ ਤੋਂ ਹੋ ਕੇ ਸਾਰੇ ਜਾਈ ਜਾ ਰਹੇ ਨੇ। ਉੱਧਰ ਦੇਖੋ ਸਾਰਾ ਆਣ ਕੇ ਨੁਕਸਾਨ ਕਿੰਨਾ ਹੋ ਜਾਂਦਾ ਮੇਰਾ। ਹਾਂਜੀ, ਤੁਹਾਡਾ ਕੀ ਇੱਥੇ ਕਾਰੋਬਾਰ ਹੈ? ਟਰੈਕਟਰ ਅੱਛਾ ਬਾਈ, ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ? ਸਾਡਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਵਾ। ਸਾਨੂੰ ਕੈਪਟਨ ਸਾਹਿਬ ਭਰੋਸਾ ਦਵਾ ਕੇ ਗਏ ਤੁਹਾਨੂੰ ਮੁਆਵਜ਼ਾ ਮਿਲੇਗਾ। ਬਾਕੀਆਂ ਨੂੰ ਸਰਕਾਰ ਤੇ ਸਿਰ ਤੇ ਭਰੋਸਾ ਪੂਰਾ ਨਾਸ ਵੀ ਹੈਗੀ ਹੈ ਕਿ ਜੇ ਕਹਿ ਕੇ ਗਏ ਤਾਂ ਪਹੁੰਚਾਉਣਗੇ। ਬਾਕੀ ਸਰਕਾਰ ਦੀ ਟਾਈਮ ਪਤਾ ਕਿੰਨਾ ਕੁ ਅੱਜ ਲਾਉਂਦੇ ਕਿ ਸਵੇਰੇ ਦਿੰਦੇ ਆ। ਸਾਨੂੰ ਤੇ ਵੀ ਛੇਤੀ ਦੇ ਕੰਮ ਚਲਾਏ ਜਾਣ। ਹਰ ਰੋਟੀ ਦਾ ਕੰਮ ਕਰਦੇ। ਮੇਰਾ ਭਾਜੀ ਇਲਾਕੇ ਦਾ ਤੁਸੀਂ ਵੇਖ ਹੀ ਸਕਦੇ ਹੋ, ਸਾਰਾ ਬਿਲਕੁਲ ਇਲਾਕਾ ਖਾਲੀ ਹੋ ਗਿਆ। ਮੇਰੀ ਵੀ ਦੁਕਾਨ ਦਾ ਕਾਫੀ ਨੁਕਸਾਨ ਹੋਇਆ, ਇੱਧਰਲੀ ਕੰਮ ਵੀ ਫੜ ਗਈ ਹੈ। ਕੈਪਟਨ ਸਾਹਿਬ ਮੇਰੇ ਹਿਸਾਬ ਨਾਲ ਨਹੀਂ ਹੋ ਕੇ ਵੈਸੇ ਵਾਪਸ ਮੁੜ ਗਏ ਨੇ। ਗਾਂ ਤੇ ਸਾਡੇ ਕਿਸੇ ਦਾ ਵੀ ਨਹੀਂ ਵੇਖ ਕੇ ਗਏ ਦੁਕਾਨ ਦਾ ਕੀ ਬਣਿਆ। ਬਾਕੀ ਦੇਖੋ ਕੀ ਕਰਦੇ ਨੇ ਸਰਕਾਰ। ਅਸੀਂ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜਾ ਬਿਲਕੁਲ ਨਵਾਂ ਸ਼ੋਰੂਮ ਖੁੱਲਿਆ ਸੀ, ਮਿੱਟੀ ਦੇ ਢੇਰ ਦੇ ਵਿੱਚ ਤਬਦੀਲ ਹੋ ਚੁੱਕਾ। ਅੱਜ ਦਸ਼ਮੇਸ਼ ਟਰੈਕਟਰ ਵਰਕਸ਼ਾਪ ਆ। ਤੁਸੀਂ ਦੇਖ ਸਕਦੇ ਹੋ ਤਬਾਹੀ ਦਾ ਮੰਜ਼ਰ, ਕਿਵੇਂ ਜਿਹੜੀਆਂ ਟੀਨਾਂ ਨੇ ਕਿੱਦਾਂ ਤੀਲਾ ਹੋ ਚੁੱਕੀਆਂ ਨੇ। ਅੰਦਰ ਜਿਹੜਾ ਲੈਂਟਰ ਹੈ ਉਹ ਬੁਰੀ ਤਰ੍ਹਾਂ ਦੇ ਨਾਲ ਡਿੱਗ ਚੁੱਕਾ ਹੈ। ਮੋਟਰਸਾਈਕਲ ਦਾ ਤੁਸੀਂ ਹਾਲ ਦੇਖੋ ਅੰਦਰ ਕੀ ਹੋਇਆ। ਔਰ ਇੱਥੇ ਜਿਹੜੇ ਲੋਕ ਬੈਠੇ ਸੀ ਅੰਦਰ, ਜਿਹੜੇ ਕੰਮ ਕਰ ਰਹੇ ਸੀ, ਉਹਦੇ ਤੁਸੀਂ ਦੇਖੋ ਸ਼ਟਰਾਂ ਨੂੰ ਕਿੱਦਾਂ ਜਿਹੜਾ ਨੁਕਸਾਨ ਪਹੁੰਚਿਆ। ਸ਼ਟਰ ਜਿਹੜੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਇਹ ਤਬਾਹ ਹੋ ਚੁੱਕੇ ਨੇ। ਅੰਦਰ ਜਿਹੜਾ ਤਬਾਹੀ ਦਾ ਮੰਜ਼ਰ ਆ, ਗੇਟ ਬੰਦ ਹੋਣ ਕਰਕੇ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ। ਤੁਸੀਂ ਦੇਖ ਸਕਦੇ ਹੋ ਕਿ ਅਗਲੇ ਬੰਨੇ ਆਹ ਦੇਖੋ ਕੀ ਹੈ ਦੁਕਾਨਾਂ ਦੀ ਤਬਾਹੀ, ਕਿਵੇਂ ਜਿਹੜਾ ਥਾਂ ਜਿਹੜਾ ਕੱਚ ਜਿਹੜਾ ਸ਼ੀਸ਼ਾ ਟੁੱਟਾ ਪਿਆ ਆ। ਅੰਦਰ ਜਿਹੜੇ ਸ਼ੋਰੂਮ ਸੀਗੇ, ਜਿੱਥੇ ਮਤਲਬ ਗਾਹਕ ਆਉਂਦੇ ਸੀਗੇ, ਮਕਾਨ ਜਿਹੜੇ ਮਾਲਕ ਨੇ ਉਹ ਲੋਕਾਂ ਦੇ ਨਾਲ ਕਾਰੋਬਾਰ ਕਰ। ਤੁਸੀਂ ਦੇਖ ਸਕਦੇ ਹੋ ਅਗਲੇ ਬੰਨੇ ਕੋਈ ਦੁਕਾਨ, ਤੁਸੀਂ ਦੇਖ ਸਕਦੇ ਕੋਈ ਦੁਕਾਨ ਇੱਧਰ ਬਚੀ ਨਹੀਂ। ਔਰ ਕਿੰਨੇ ਵੱਡੇ ਪੱਧਰ ਦਾ ਨੁਕਸਾਨ ਹੋਇਆ, ਕਿਵੇਂ ਸ਼ਟਰ ਜਿਹੜੇ ਨੇ ਅੱਧ ਵਿਚਾਲਿਓਂ ਟੁੱਟ ਚੁੱਕੇ ਨੇ।
ਪਰ ਇਹਨਾਂ ਸਥਾਨਾਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਕਿ ਬਿਲਡਿੰਗਾਂ ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ। ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਇਸ ਚੌਕ ਜਿੱਥੇ ਧਮਾਕਾ ਹੋਇਆ ਉੱਥੋਂ ਤੱਕ ਗਏ ਨੇ, ਇਹਨਾਂ ਲੋਕਾਂ ਦੀ ਗੱਲ ਜ਼ਰੂਰ ਸੁਣੀ ਹੈ, ਪਰ ਇਹਨਾਂ ਦੇ ਮਨ 'ਚ ਕਿਤੇ ਰੋਸ ਹੈ ਕਿ ਕਿਤੇ ਉਹ ਆਪ ਝਾਤ ਮਾਰ ਲੈਂਦੇ ਤੇ ਉਹਨਾਂ ਨੂੰ ਨੁਕਸਾਨ ਦਾ ਪਤਾ ਜ਼ਰੂਰ ਲੱਗਦਾ। ਪਰ ਫਿਲਹਾਲ ਜਿਹੜੇ ਲੋਕ ਆ ਸਰਕਾਰ ਤੇ ਜਿਹੜੀ ਹੈ ਟੇਕ ਲਗਾਈ ਬੈਠੇ ਨੇ ਕਿ ਸਰਕਾਰ ਇਸ ਮੁਸੀਬਤ ਦੀ ਘੜੀ 'ਚ, ਇਸ ਦੁੱਖ ਦੀ ਘੜੀ 'ਚ, ਇਸ ਸੰਕਟ ਦੀ ਘੜੀ 'ਚ ਉਹਨਾਂ ਦੀ ਬਾਂਹ ਜ਼ਰੂਰ ਫੜੇਗੀ। ਸਹਿਯੋਗੀ ਕੈਮਰਾਮੈਨ ਪਰਮਿੰਦਰ ਦੇ ਨਾਲ ਰਜਿੰਦਰ ਧਾਲੀਵਾਲ, PTC ਨਿਊਜ਼ ਬਟਾਲਾ। ਖਬਰ ਖਾਸ 'ਚ ਫਿਲਹਾਲ ਇੱਥੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਨੂੰ ਵਿਖਾਵਾਂਗੇ ਹਾਦਸੇ ਦੇ ਜ਼ਖਮੀ ਸਰਕਾਰ ਤੋਂ ਕੀ ਕੁਝ ਮੰਗ ਕਰ ਰਹੇ ਹਨ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ। ਬਟਾਲਾ ਦੇ ਹਸਪਤਾਲ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਖਮੀਆਂ ਦਾ ਹਾਲ-ਚਾਲ ਜਾਣਨ ਦੇ ਲਈ ਪਹੁੰਚੇ ਤਾਂ ਪੀੜਤਾਂ ਨੂੰ ਆਸ ਸੀ ਕਿਸੇ ਤਰ੍ਹਾਂ ਦੀ ਮਦਦ ਦੀ, ਪਰ ਸੀਐਮ ਸਿਰਫ ਭਰੋਸਾ ਦੇ ਕੇ ਚਲੇ ਗਏ। ਅਜਿਹੇ 'ਚ ਜ਼ਖਮੀਆਂ ਦੀ ਕੀ ਪ੍ਰਤੀਕਿਰਿਆ ਸੀ ਸੀਐਮ ਦੇ ਇਸ ਦੌਰੇ ਨੂੰ ਲੈ ਕੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਨੇ। ਆਓ ਸੁਣਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਬਟਾਲਾ ਵਿਖੇ ਹੋਈ ਨਜਾਇਜ਼ ਧਮਾਕਾ ਜਿਹੜਾ ਹੋਇਆ ਸੀ ਪਟਾਕਾ ਫੈਕਟਰੀ ਦੇ ਵਿੱਚ, ਉਸ ਦਾ ਦੌਰਾ ਕਰਨ ਲਈ ਅੱਜ ਪਹੁੰਚੇ ਸਨ ਤੇ ਅੱਜ ਉਹਨਾਂ ਨੇ ਹਸਪਤਾਲ ਦੇ ਵਿੱਚ ਪੀੜਤਾਂ ਦੀ ਵੀ ਸਾਰ ਲਈ ਹੈ ਤੇ ਉਹਨਾਂ ਨੇ ਪੀੜਤ ਮੇਰੇ ਨਾਲ ਇੱਥੇ ਮੌਜੂਦ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਹੈ ਉਹ ਮਿਲ ਕੇ ਗਏ ਸੀ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਜੀ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਕੋਲ ਆਏ ਸਨ, ਇੱਥੇ ਕੀ ਭਰੋਸਾ ਦੇ ਗਏ ਨੇ, ਕੀ ਉਹ ਕਹਿ ਕੇ ਗਏ? ਸਾਨੂੰ ਤਾਂ ਬਸ ਇਹ ਸਾਡਾ ਹਾਲ ਚਾਲ ਹੀ ਪੁੱਛਿਆ ਉਹਨਾਂ ਨੇ ਜੀ, ਕੀ ਹਾਲ ਆ ਬਾਈ ਕਾਕਾ ਤੁਹਾਡਾ? ਇਹ ਠੀਕ ਹੈ ਜੀ, ਹੋਰ ਬਸ ਤੁਹਾਡੀ ਟ੍ਰੀਟਮੈਂਟ ਠੀਕ ਹੋ ਰਹੀ ਹੈ ਜੀ, ਇਹ ਠੀਕ ਹੋ ਰਹੀ ਹੈ ਜੀ, ਬਾਕੀ ਠੀਕ ਹੋ ਜਾਓਗੇ ਤੁਸੀਂ, ਇੰਨੀ ਗੱਲ ਕਹਿ ਕੇ ਚਲੇ ਗਏ ਨੇ, ਹੋਰ ਕੋਈ ਨਹੀਂ ਕਰਕੇ। ਤੁਹਾਨੂੰ ਕੀ ਉਮੀਦ ਸੀ ਉਹਨਾਂ ਕੋਲੋਂ? ਸਾਨੂੰ ਬਹੁਤ ਉਮੀਦ ਸੀਗੀ ਉਹਨਾਂ ਕੋਲ ਪਹੁੰਚਾਣਗੇ ਕੁਛ ਨਾ ਕੁਛ ਕਰਕੇ ਜਾਗੇ, ਜਿੱਦਾਂ ਉਹਨਾਂ ਨੇ ਲਾਂਚ ਕੀਤਾ ਸੀਗਾ, ਪਰ ਉਸ ਉਮੀਦ ਤਾਂ ਸਾਨੂੰ ਕੁਛ ਵੀ ਨਹੀਂ ਉਤਰੇ ਜੀ। ਤੇ ਸਾਰੀ ਗੱਲਬਾਤ ਉਹਨਾਂ ਕੋਲ ਕਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਸੀ ਇਹ ਗੱਲ ਕਰਕੇ ਜੋ ਨੇ ਉਹ ਮੁੱਖ ਮੰਤਰੀ ਚਲੇ ਗਏ ਨੇ। ਇੱਥੇ ਇੱਕ ਨੌਜਵਾਨ ਜੋ ਹੈ ਉਹ ਵੀ ਇਸ ਹਾਦਸੇ ਦਾ ਜੋ ਹੈ ਸ਼ਿਕਾਰ ਹੋਇਆ ਸੀ, ਉਹਦੇ ਨਾਲ ਵੀ ਗੱਲ ਕਰ ਲੈਂਦੇ ਹਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਏ ਸਨ, ਕੀ ਗੱਲ ਕਰਕੇ ਗਏ? ਸਰ ਸਾਨੂੰ ਕੁਛ ਨਾ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਉੱਥੇ ਖੜ ਕੇ ਬਸ ਦੂਰੋਂ ਹਾਲ ਚਾਲ ਪੁੱਛ ਕੇ ਚਲੇ ਗਏ। ਹਾਂਜੀ, ਤੁਹਾਨੂੰ ਕੀ ਉਮੀਦ ਸੀ? ਸਾਨੂੰ ਕੋਈ ਉਮੀਦ ਨਹੀਂ ਸੀ। ਤੁਹਾਨੂੰ ਉਹਨਾਂ ਕੋਲੋਂ ਕੀ ਉਮੀਦ ਸੀ ਕਿ ਮੁੱਖ ਮੰਤਰੀ ਆਉਣਗੇ, ਤੁਹਾਡੇ ਕੋਲ ਆਉਣਗੇ, ਕੀ ਗੱਲਬਾਤ ਕਰਨਗੇ, ਤੁਹਾਡੀ ਕੀ ਮਦਦ ਕਰਨਗੇ, ਕੋਈ ਅਜਿਹੀ ਉਮੀਦ ਹੈਗੀ ਸੀ ਤੁਹਾਨੂੰ? ਸਾਨੂੰ ਇਹ ਉਮੀਦ ਸੀ ਵੀ ਜਿਹੜੇ ਲੋੜਵੰਦ ਉਹਨਾਂ ਨੂੰ ਕੋਈ ਸਹੂਲਤ ਦਿੱਤੀ ਜਾਂਦੀ, ਜਿਹੜੇ ਵਿਚਾਰੇ ਜ਼ਿਆਦਾ ਜ਼ਖਮੀ ਉਹ ਵੇਖੋ ਉੱਦਾਂ ਦੇ ਉਹਨਾਂ ਨੂੰ ਕੋਈ ਗੱਲਬਾਤ ਉਹਨਾਂ ਨਾਲ ਕਰਕੇ ਜਾਂਦੇ ਵੀ ਇੱਦਾਂ ਦਾ ਕੋਈ ਨੌਕਰੀ ਇੱਦਾਂ। ਹਾਂਜੀ, ਕੀ ਕੀਤਾ ਉਹਨਾਂ ਨੇ ਜਦੋਂ ਇੱਥੇ ਅੰਦਰ ਆਏ ਤੇ ਕੀ ਹੋਇਆ? ਅੰਦਰ ਆਏ ਬਸ ਉੱਥੇ ਬੈੱਡ ਦੇ ਪਰਲੇ ਪਾਸੇ ਖਲੋ ਗਏ, ਸਾਰਿਆਂ ਨੂੰ ਇਦਾਂ ਪੁੱਛ ਕੇ ਬਸ ਲਾਗੇ ਜਿਹੜੇ ਮੰਤਰੀ ਸੀ ਹੋਰ ਉਹ ਉਹਨਾਂ ਨੂੰ ਦੱਸ ਰਹੇ ਸੀ ਆ ਇਦਾਂ ਇਹਨਾਂ ਦਾ ਇਦਾਂ ਆ ਇਦਾਂ, ਬਾਕੀ ਉਹਨਾਂ ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ ਕੀਤੀ। ਭਾਜੀ ਮੇਰੇ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ, ਮੇਰੇ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ, ਮੇਰੀਆਂ ਬੇਟੀਆਂ ਦੋਵੇਂ, ਮੇਰੀ ਵੱਡੀ ਬੇਟੀ ਨੂੰ ਨੌਕਰੀ ਚਾਹੀਦੀ ਆ, ਨਾ ਮੇਰੇ ਖਾਣ ਲਈ ਹੈਗਾ ਨਾ ਮੇਰੇ ਘਰ ਰਹਿਣ ਲਈ ਰਹਿ ਗਿਆ। ਮੇਰੇ ਤੁਸੀਂ ਮੁੱਖ ਮੰਤਰੀ ਨਾਲ ਕਰਨੀਆਂ ਸੀ ਜਦੋਂ ਆਏ? ਉਦੋਂ ਉਹਨਾਂ ਨੇ ਕੋਈ ਗੱਲ ਹੀ ਨਹੀਂ ਜੀ ਕੀਤੀ, ਹਾਲ ਚਾਲ ਪੁੱਛਿਆ ਬਸ ਇਕੱਲਾ ਤੇ ਚਲ ਗਏ ਆ। ਮੇਰੀ ਵੱਡੀ ਬੇਟੀ ਨੂੰ ਨੌਕਰੀ ਦਿੱਤੀ ਜਾਵੇ, ਮੈਂ ਕਿੱਥੋਂ ਖਾਵਾਂਗੀ? ਤੁਸੀਂ ਮੁੱਖ ਮੰਤਰੀ ਦੇ ਕੋਲ ਕਿਉਂ ਨਹੀਂ ਰੱਖੀ? ਉਹਨਾਂ ਨੇ ਕੋਈ ਗੱਲ ਹੀ ਨਹੀਂ ਜੀ ਕੀਤੀ, ਉਹਨਾਂ ਕੋ ਮੰਗਦੇ ਤਾਂ ਹੀ ਰੱਖਦੇ, ਕੋਈ ਸਵਾਲ ਜਵਾਬ ਕਰਦੇ ਤੇ। ਮੇਰਾ ਬੇਟਾ ਵੀ ਖੁੰਝ ਗਿਆ, ਮੇਰੇ ਪਤੀ ਦੀ ਡੈਥ ਹੋ ਗਈ ਹੈ, ਮੇਰੇ ਕੋਲ ਕੁਝ ਨਹੀਂ ਹੈਗਾ ਇਸ ਟਾਈਮ, ਮੈਨੂੰ ਸਰਕਾਰ ਜਿੰਨੀ ਹੈਲਪ ਹੋ ਸਕੇ ਮੈਨੂੰ ਦੇਵੇ। ਤੁਹਾਨੂੰ ਕੋਈ ਵਿਸ਼ੇਸ਼ ਉਮੀਦ ਹੈਗੀ ਸੀ ਉਹਨਾਂ ਕੋਲੋਂ ਕਿ ਤੁਹਾਡੀ ਕੋਈ ਮਦਦ ਹੋਏਗੀ? ਸਰ ਹਾਂਜੀ ਹੈਗੀ ਥੋੜੀ ਬਹੁਤੀ ਸਰ ਜੀ। ਮਦਦ ਕਿਹੋ ਜੀ ਮਦਦ ਚਾਹੁੰਦੇ ਸਰ ਜੀ? ਇਹ ਥੋੜੀ ਬਹੁਤੀ ਮਾਇਆ ਦੀ ਕਰ ਦੇਣ ਤੇ ਵਾਹਿਗੁਰੂ ਜੀ ਬਹੁਤ ਉਹਨਾਂ ਦਾ ਧੰਨਵਾਦ ਹੋਊਗਾ ਜੀ, ਇਲਾਜ ਕਰਾਵਾਂਗੇ ਸਰ ਜੀ, ਵਧੀਆ ਆ ਜਾਵਾਂਗੇ ਵਾਹਿਗੁਰੂ ਜੀ ਦੇ ਮਾਧਿਅਮ। PTC ਦੇ ਮਾਧਿਅਮ ਰਾਹੀਂ ਕੋਈ ਮੰਗ ਕਰਦੇ ਹੋ? ਹਾਂਜੀ, ਕੀ ਮੰਗ ਕਰਦੇ ਹੋ? ਸਰ ਇਦਾਂ ਜੇ ਸਰ ਮਾਇਆ ਦੀ ਥੋੜੀ ਜੀ ਸਰ ਹੋ ਜੇ ਤੇ ਬਹੁਤ ਧੰਨਵਾਦ ਹੋ ਵਾਹਿਗੁਰੂ ਜੀ ਉਹਨਾਂ ਦਾ। ਹਾਂਜੀ, ਬੇਨਤੀ ਹੈ ਕਿ ਇਹ ਸਾਰੇ ਗਰੀਬ ਘਰਾਂ ਦੇ ਆ ਤੇ ਬਹੁਤ ਗਰੀਬੀ ਵਾਲੀ ਨੌਕਰੀ ਕਰ ਰਹੇ ਆ, ਜਿੰਨੇ ਕੋਈ ਪੈਸੇ ਕੈਪਟਨ ਸਾਹਿਬ ਦੇ ਕੇ ਗਏ ਆ, ਮੇਰੇ ਖਿਆਲ 'ਚ ਇਹ ਮਸਾਂ ਉਹਦੇ ਨਾਲ ਖੜੇ ਹੋਣਗੇ ਵਿਚਾਰੇ, ਇਹ ਕਾਫੀ ਲੰਮਾ ਸਮਾਂ ਕੰਮ ਨਹੀਂ ਕਰ ਪਾਉਣਗੇ। ਕੈਪਟਨ ਸਾਹਿਬ ਨੂੰ ਸੋ ਖੁੱਲ੍ਹਦਿਲੀ ਦੇ ਨਾਲ ਇਹਨਾਂ ਗਰੀਬਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਕਿਸੇ ਹੋਰ ਪਾਸੇ ਕਟੌਤੀ ਮਾਰ ਲੈਣ, ਕਿਸੇ ਅਮੀਰਾਂ ਤੇ ਰੱਖ ਲੈਣ, ਥੋੜ੍ਹਾ ਬੜਾ ਖਿੱਚ ਲੈਣ ਕਿਤੋਂ, ਪਰ ਇਹਨਾਂ ਗਰੀਬਾਂ ਬਾਰੇ ਜ਼ਰੂਰ ਉਹਨਾਂ ਨੂੰ ਖਿਆਲ ਕਰਨਾ ਚਾਹੀਦਾ ਤਾਂ ਕਿ ਲੰਬਾ ਸਮਾਂ ਇਹਨਾਂ ਵਿਚਾਰਿਆਂ ਤੋਂ ਨੌਕਰੀ ਨਹੀਂ ਹੋ ਸਕਣੀ। ਜੋ ਮੁਆਵਜ਼ਾ ਐਲਾਨ ਕੀਤਾ ਗਿਆ ਉਸ ਦੀ ਰਾਸ਼ੀ ਜੋ ਹੈ ਉਹ ਬਹੁਤ ਘੱਟ ਹੈ ਔਰ ਰਾਸ਼ੀ ਜੋ ਹੈ ਵਧਣੀ ਚਾਹੀਦੀ ਹੈ, ਕਿਉਂਕਿ ਉਨੀ ਕੁ ਰਾਸ਼ੀ ਨਾਲ ਤੇ ਮਸਾਂ ਇਹਨਾਂ ਦਾ ਆਪਣਾ ਇਲਾਜ ਜਿਹੜਾ ਉਪਚਾਰ ਹੀ ਹੋਣਾ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕਾਰੋਬਾਰ ਜਾਂ ਕੀ ਕੰਮ ਕਰਨਾ ਹੈ ਉਹ ਵੀ ਇੱਕ ਸਵਾਲ ਜੋ ਹੈ ਉਹ ਇੱਥੇ ਖੜਾ ਹੁੰਦਾ ਹੈ। ਤੇ ਇਹਨਾਂ ਦੀ ਮੰਗ ਹੈ ਕਿ ਇਹ ਜੋ
ਇਲਾਜ ਵਾਸਤੇ ਜੋ ਰਾਸ਼ੀ ਐਲਾਨੀ ਗਈ ਹੈ ਉਸ ਨੂੰ ਵਧਾਇਆ ਜਾਵੇ ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਇਹਨਾਂ ਦਾ ਸਾਰਾ ਹਾਲਾਤ ਜਿਹੜੇ ਨੇ ਆਪਣੇ ਅੱਖਾਂ ਦੇ ਨਾਲ ਪੂਰਾ ਜਾਇਜ਼ਾ ਲੈ ਗਏ ਨੇ ਤੇ ਇਹਨਾਂ ਦੀ ਮੰਗ ਹੈ ਕਿ ਉਹ ਇੱਧਰ ਧਿਆਨ ਦੇਣ ਤਾਂ ਜੋ ਕਿ ਇਹਨਾਂ ਦੇ ਗੁਜ਼ਾਰੇ ਵਾਸਤੇ ਇਹਨਾਂ ਦੇ ਗੁਜ਼ਰ ਬਸਰ ਵਾਸਤੇ ਜੋ ਹੈ ਉਹ ਇੰਤਜ਼ਾਮ ਹੋ ਸਕੇ। ਤੈਨਾਈ ਪੀੜਤਾਂ ਵਿੱਚੋਂ ਇੱਕ ਪਰਿਵਾਰ ਅਜਿਹਾ ਵੀ ਹੈ ਜਿਨ੍ਹਾਂ ਨੂੰ ਅਜੇ ਤੱਕ ਹਾਦਸੇ 'ਚ ਮਾਰੇ ਗਏ ਆਪਣੇ ਪਰਿਵਾਰਕ ਮੈਂਬਰ ਦੀ ਮ੍ਰਿਤਕ ਦੇਹ ਵੀ ਨਸੀਬ ਨਹੀਂ ਹੋਈ। ਜਦੋਂ ਇਸ ਬਾਰੇ ਉਹਨਾਂ ਸੀਐਮ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਲਜ਼ਾਮ ਨੇ ਕਿ ਪੁਲਿਸ ਪ੍ਰਸ਼ਾਸਨ ਨੇ ਸੀਐਮ ਨੂੰ ਉਹਨਾਂ ਦੇ ਨਾਲ ਮਿਲਣ ਹੀ ਨਹੀਂ ਦਿੱਤਾ। ਬਟਾਲਾ ਅੰਦਰ ਚੱਲ ਰਹੀ ਪਟਾਕਾ ਫੈਕਟਰੀ ਦੇ ਵਿੱਚ ਹੋਏ ਧਮਾਕੇ ਤੋਂ ਬਾਅਦ ਜਿਹੜੀਆਂ ਕੀਮਤੀ ਜਾਨਾਂ ਗਈਆਂ ਨੇ ਉਹਦੇ ਵਿੱਚ ਇੱਕ ਸਤਨਾਮ ਸਿੰਘ ਨਾਮ ਦੇ ਸ਼ਖਸ ਦੀ ਵੀ ਜਾਨ ਜੋ ਹੈ ਚਲੀ ਗਈ ਹੈ। ਪਰ ਤਰਾਸਦੀ ਦੀ ਗੱਲ ਇਹ ਹੈ ਕਿ 3 ਦਿਨ ਬੀਤਣ ਤੋਂ ਬਾਅਦ ਵੀ ਸਤਨਾਮ ਸਿੰਘ ਦੀ ਡੈੱਡ ਬਾਡੀ ਜੋ ਹੈ ਉਹ ਮਿਲ ਨਹੀਂ ਪਾਈ ਤੇ ਪਰਿਵਾਰ ਦੇ ਅੰਦਰ ਰੋਸ ਹੈ। ਮੇਰੇ ਨਾਲ ਇੱਥੇ ਮੌਜੂਦ ਹੈ ਸਤਨਾਮ ਸਿੰਘ ਦਾ ਪਰਿਵਾਰ ਹੈ, ਸਤਨਾਮ ਸਿੰਘ ਦਾ ਬੇਟਾ ਹੈ, ਸਤਨਾਮ ਸਿੰਘ ਦੀ ਬੇਟੀ ਹੈ, ਉਹ ਪਿੱਛੇ ਉਹਨਾਂ ਦੇ ਰਿਸ਼ਤੇਦਾਰ ਖੜੇ ਨੇ ਤੇ ਹੋਰ ਜਿਹੜੇ ਉਹਨਾਂ ਦੇ ਨਾਲ ਮੇਲ ਮਿਲਾਪ ਰੱਖਦੇ ਨੇ ਉਹਨਾਂ ਦੇ ਸੱਜਣ ਸਨੇਹੀ ਉਹ ਨਾਲ ਖੜੇ ਨੇ ਔਰ ਇਹਨਾਂ ਦੀ ਮੰਗ ਹੈ ਕਿ ਬਾਰ-ਬਾਰ ਪ੍ਰਸ਼ਾਸਨ ਦੇ ਨਾਲ ਜਦੋਂ ਉਹਨਾਂ ਨੇ ਸੰਪਰਕ ਕੀਤਾ ਹੈ ਕਿ ਉਹਨਾਂ ਦੀ ਜਿਹੜੀ ਡੈੱਡ ਬਾਡੀ ਹੈ ਉਹ ਕਿੱਥੇ ਹੈ। ਇੱਕ ਉਹਨਾਂ ਨੇ ਤਸਵੀਰ ਵੀ ਦਿਖਾਈ ਗਈ ਹੈ ਜਿਹਦੇ ਵਿੱਚ ਉਹ ਡੈੱਡ ਬਾਡੀ ਜਿਹੜੀ ਹੈ ਸਾਫ਼ ਦਿਖਾਈ ਦੇ ਰਹੀ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਡੈੱਡ ਬਾਡੀ ਕਿੱਥੇ ਚਲੀ ਗਈ ਹੈ। ਇਸ ਨੂੰ ਮਿਲਣ ਵਾਸਤੇ ਪ੍ਰਸ਼ਾਸਨ ਤੋਂ ਬਾਰ-ਬਾਰ ਗੁਹਾਰ ਲਗਾ ਚੁੱਕੇ ਨੇ। ਅੱਜ ਮੁੱਖ ਮੰਤਰੀ ਆਏ ਸਨ, ਉਹਨਾਂ ਨੇ ਉੱਥੇ ਵੀ ਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੇ ਮੁਤਾਬਕ ਪੁਲਿਸ ਨੇ ਉਹਨਾਂ ਨੂੰ ਰੋਕ ਦਿੱਤਾ ਹੈ। ਮੇਰੇ ਨਾਲ ਇੱਥੇ ਮੌਜੂਦ ਨੇ ਉਹਨਾਂ ਦਾ ਬੇਟਾ ਸਤਨਾਮ ਸਿੰਘ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਕਹਿਣਾ ਹੈ, ਕੀ ਤੁਹਾਡੀ ਮੰਗ ਹੈ, ਕਿਉਂ ਤੁਸੀਂ ਇੱਥੇ ਜਿਹੜੇ ਫਿਰ ਰਹੇ ਹੋ? ਸਰ ਅਸੀਂ ਇੱਥੇ ਵੀ ਡੈੱਡ ਬੋਡੀ ਵੇਖਣੇ ਇੱਥੇ ਕਹਿੰਦੇ ਵੀ ਹੈਗੀ ਨਹੀਂ, ਲਾਸ਼ ਆਈ ਨਹੀਂ ਇੱਥੇ। ਅਸੀਂ ਕਿਹਾ ਨੂੰ ਲਾਸ਼ ਦਿਓ, ਡੈੱਡ ਬੋਡੀ ਦਿਓ। ਕਿਹਦੀ? ਸਤਨਾਮ ਸਿੰਘ ਡੈਡੀ ਮੇਰੇ ਦੀ। ਕੀ ਕਰਦੇ ਸੀ ਉਹ? ਉਹ ਅਸਤਬਾਈ ਦਾ ਕੰਮ ਕਰਦੇ ਸੀ। ਇਹਨਾਂ ਨੇ ਕਹਿੰਦੇ ਵੀ ਉਹਨੇ ਰੱਖੜੀ ਬੰਨੀ ਆ, ਉਹਦਾ ਫੇਸ ਚਲੋ ਸੇਕ ਪਿਆ, ਮੈਂ ਮੰਨਦਾ ਸੇਕ ਪਿਆ। ਜਿਹੜੇ ਅੰਦਰ 2 ਪੇਸ਼ੈਂਟ ਪਏ ਨਾ ਅੰਦਰ ਮੇਰੀ ਡੈੱਡ ਬੋਡੀ, ਉਹਨਾਂ ਦੇ ਫੇਸ ਸਾਫ਼ ਹੈ। ਇਹ ਮੈਨੂੰ ਬਾਰ-ਬਾਰ ਕਹਿੰਦੇ ਵੀ ਇਹੋ ਹੀ ਹੁਣ ਮੈਂ ਉਹਨਾਂ ਨੂੰ ਕਿੱਦਾਂ ਲਾਜਾਂ? ਮੈਨੂੰ ਆਪਣੇ ਡੈਡੀ ਡੈੱਡ ਬੋਡੀ ਚਾਹੀਦੀ ਜੀ। ਅੱਜ ਮੁੱਖ ਮੰਤਰੀ ਆਏ ਸਨ, ਤੁਸੀਂ ਉਹਨਾਂ ਨਾਲ ਗੱਲ ਕਿਉਂ ਨਹੀਂ ਰੱਖੀ? ਅਸੀਂ ਪੁਲਿਸ ਨੇ ਨਹੀਂ ਭਾਜੀ ਅੱਗੇ ਜਾਣ ਦਿੱਤਾ। ਭਾਜੀ ਪੁਲਿਸ ਨੇ ਅੱਗੇ ਨਹੀਂ ਸਾਨੂੰ ਇੱਥੋਂ ਗੇਟ ਤੋਂ ਜਾਣ ਦਿੱਤਾ, ਅੱਗੇ ਨਹੀਂ ਮੁੜਨ ਦਿੱਤਾ ਪੁਲਿਸ ਨੇ। ਅੱਗੇ ਗਾਂ ਨਹੀਂ ਆਉਣ ਦਿੰਦੇ। ਸਰ ਮੈਂ ਇਹੋ ਹੀ ਚਾਹੁੰਦੀ ਹਾਂ ਮੇਰੇ ਡੈਡੀ ਦੀ ਛੇਤੀ ਤੋਂ ਛੇਤੀ ਬੋਡੀ ਮਿਲੇ। ਠੀਕ ਆ। ਜਿਹੜੀਆਂ 2 ਬਾਡੀਆਂ ਆਇਡੈਂਟੀਫਾਈ ਨੇ ਉਹਨਾਂ ਵਿੱਚ ਤੁਹਾਡੇ ਫਾਦਰ ਦੀ ਬਾਡੀ? ਮੇਰੇ ਡੈਡੀ ਦੀ ਉਹ ਬੋਡੀ ਨਹੀਂ ਹੈਗੀ ਕਿਉਂਕਿ ਮੇਰੇ ਡੈਡੀ ਦੀ ਬੋਡੀ ਤੇ ਇੱਥੇ ਨਾ ਉਹਨਾਂ ਦੇ ਸ਼ੇਰ ਬਣਿਆ ਹੋਇਆ ਵਾ, ਸਾਨੂੰ ਪਤਾ ਵਾ, ਪਰ ਉਹ ਗਲਤ ਵਿਖਾਉਂਦੇ ਆ ਕਿ ਤੁਹਾਡੇ ਡੈਡੀ ਦੀ ਬੋਡੀ ਦੇ ਇੱਥੇ ਨਿਸ਼ਾਨ ਹੈ ਪਰ ਉਹ ਡੈਡੀ ਦੀ ਬੋਡੀ ਨਹੀਂ ਹੈਗੀ ਵੀ। ਕੀ ਮੰਗ ਹੈ ਤੁਹਾਡੀ? ਮੇਰੇ ਡੈਡੀ ਦੀ ਬੋਡੀ ਬਸ ਮਿਲ ਜੇ ਸਾਨੂੰ। ਇਹ ਨੇ ਉਹ ਪਰਿਵਾਰ ਦੇ ਬੇਟਾ ਬੇਟੀ ਜਿਨ੍ਹਾਂ ਦੇ ਫਾਦਰ ਦੀ ਜੋ ਹੈ ਡੈੱਡ ਬਾਡੀ ਨਹੀਂ ਮਿਲ ਰਹੀ ਔਰ ਬਾਰ-ਬਾਰ ਗੁਹਾਰ ਲਗਾਈ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਾਰ-ਬਾਰ ਜਿਹੜੀ ਬਾਡੀ ਦਿਖਾਈ ਜਾ ਰਹੀ ਹੈ ਉਹ ਉਹਨਾਂ ਦੇ ਫਾਦਰ ਦੀ ਬਾਡੀ ਨਹੀਂ ਹੈ। ਇਸ ਕਰਕੇ ਉਹ ਮੰਗ ਕਰਦੇ ਨੇ ਕਿ ਉਹਨਾਂ ਦੀ ਬਾਡੀ ਕਿੱਥੇ ਗਈ ਹੈ, ਉਹਨਾਂ ਦੇ ਫਾਦਰ ਸਤਨਾਮ ਸਿੰਘ ਦੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ ਇਸ ਬਾਸ ਦੇ ਵਿੱਚ, ਤੇ ਉਹਨਾਂ ਦੀ ਮੰਗ ਹੈ ਕਿ ਇਹ ਬਾਡੀ ਦਿੱਤੀ ਜਾਵੇ। ਕੈਮਰਾ ਪਰਸਨ ਜਗਰੂਪ ਦੇ ਨਾਲ ਰਵੀ ਬਖਸ਼ ਸਿੰਘ, PTC ਨਿਊਜ਼ ਬਟਾਲਾ। ਖਬਰ ਖਾਸ 'ਚ ਫਿਲਹਾਲ ਇੰਨਾ ਹੀ। ਕੁਝ ਹੋਰ ਖਾਸ ਖਬਰਾਂ ਲੈ ਕੇ ਮੁੜ ਤੋਂ ਹੋਵਾਂਗੇ ਤੁਹਾਡੇ ਰੂਬਰੂ। ਮੈਨੂੰ ਦਿਓ ਇਜਾਜ਼ਤ। ਧੰਨਵਾਦ।